ਵੇਈ ਨਦੀ ਤੋਂ ਬਾਹਰ ਆਉਣਾ, ਮੋਦੀ ਖਾਨਾ ਤਿਆਗਣਾ। ਉਪਰੰਤ ਬਾਲਾ ਜੀ ਨੇ ਕਿਹਾ, ਗੁਰੂ ਸੱਚੇ ਪਾਤਸ਼ਾਹ ਜੀ, ਇੱਧਰ ਸੁਲਤਾਨਪੁਰ ਵਿੱਚ ਤਾਂ ਸਤਿਗੁਰੂ ਜੀ ਦੇ ਵਿਯੋਗ ਵਿੱਚ ਹਾਹਾਕਾਰ ਮੱਚੀ ਹੋਈ ਸੀ, ਉੱਧਰ ਆਪ ਸੱਚਖੰਡ ਵਿੱਚ ਜਾ ਪਹੁੰਚੇ ਸਨ। ਗੁਰੂ ਜੀ ਨੇ ਜਦ ਨਿਰੰਕਾਰ ਜੀ ਨੂੰ ਹੱਥ ਜੋੜ ਕੇ ਡੰਡੌਤ ਨਮਸਕਾਰ ਕੀਤੀ ਤਾਂ ਅੱਗੋਂ ਪਰਮੇਸ਼ਰ ਜੀ ਨੇ ਗੁਰੂ ਜੀ ਨੂੰ ਵੇਖ ਕੇ ਆਖਿਆ, ਆਓ ਨਾਮ ਦੇ ਆਨੰਦ ਲੈਣ ਵਾਲੇ ਨਾਨਕ ਜੀ, ਜਿਸ ਕਾਰਜ ਵਾਸਤੇ ਤੁਸੀਂ ਸੰਸਾਰ ਵਿੱਚ ਅਵਤਾਰ ਧਾਰਨ ਕੀਤਾ ਹੈ, ਉਸ ਕਾਰਜ ਨੂੰ ਹੁਣ ਸ਼ੀਘਰ ਹੀ ਆਰੰਭ ਕਰ ਦਿਓ। ਕਿਉਂਕਿ ਕਲਯੁਗ ਵਿੱਚ ਬਹੁਤ ਮੰਦੀ ਮੱਤ ਵਾਲੇ ਆਦਮੀ ਹਨ, ਜੋ ਦੇਵਤਿਆਂ ਦੀ ਪੂਜਾ ਵਿੱਚ ਲੱਗੇ ਨਾਮ ਤੋਂ ਬੇਮੁਖ ਹੋਏ ਹਨ ਅਤੇ ਕੇਵਲ ਪਾਪਾਂ ਦੇ ਆਸਰੇ ਹੀ ਰਹਿੰਦੇ ਹਨ। ਆਪ ਉਹਨਾਂ ਵਿੱਚ ਪ੍ਰੇਮ ਭਗਤੀ ਪੈਦਾ ਕਰਕੇ ਧਰਤੀ ਉੱਤੇ ਪਾਪਾਂ ਨੂੰ ਦੂਰ ਕਰੋ, ਪਾਖੰਡ ਦਾ ਨਾਸ਼ ਕਰੋ। ਨਿਰੰਕਾਰ ਜੀ ਦੇ ਇਹ ਬਚਨ ਸੁਣ ਕੇ ਸਤਿਗੁਰੂ ਨੇ ਸ੍ਰੀ ਰਾਗ ਵਿੱਚ ਇਹ ਸ਼ਬਦ ਉਚਾਰਨ ਕੀਤਾ। ਸ੍ਰੀ ਰਾਗ ਮਹੱਲਾ ਪਹਿਲਾ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਦੋਏ ਗੂਫੇ, ਨਾ ਦੇਖਾ ਸੁਪਨੇ ਸੌਣ ਨਾ ਥਾਓ। ਪੀ ਤੇਰੀ ਕੀਮਤ ਨਾ ਪਵੇ, ਹੋ ਕੇਵੜ ਆਖਾ ਨਾਓ, ਸਾਚਾ ਨਿਰੰਕਾਰ ਨਿਜ ਥਾਏ। ਸੁਣ ਸੁਣ ਆਖਣ ਆਖਣਾ, ਜੇ ਭਾਵੇ ਕਰੇ ਤਮਾਏ ਰਹਾਓ। ਕੁਸਾ ਕਟਿਆ ਵਾਰ ਵਾਰ, ਪੀਸਣ ਪੀਸਾ ਪਾਏ, ਅੱਗੀ ਸੇਤੀ ਜਾਲੀਆਂ, ਭਸਮ ਸੇਤੀ ਰਲ ਜਾਓ। ਪੀ ਤੇਰੀ ਕੀਮਤ ਨਾ ਪਵੇ, ਹੋ ਕੇਵੜ ਆਖਾ ਨਾਓ। ਪੰਖੀ ਹੋਏ ਕਹਿ ਜੇ ਭਵਾ, ਸਹਿ ਅਸਮਾਨੀ ਜਾਓ। ਅਦਰੀ ਕੈਸੇ ਨਾ ਆਵੋ, ਨਾ ਕਿਛ ਪੀਆ ਨਾ ਖਾਓ। ਪੀ ਤੇਰੀ ਕੀਮਤ ਨਾ ਪਵੇ, ਹੋ ਕੇਵੜ ਆਖਾ ਨਾਓ। ਨਾਨਕ ਕਾਗਦ ਲਖ ਮਣਾ, ਪੜ ਪੜ ਕੀਚੇ ਪਾਓ। ਮਸੂ ਤੋਟ ਨਾ ਆਵਈ, ਲੇਖਣ ਪਾਉਣ ਚਲਾਓ। ਪੀ ਤੇਰੀ ਕੀਮਤ ਨਾ ਪਵੇ, ਹੋ ਕੇਵੜ ਆਖਾ ਨਾਓ। ਪਾਰ ਬ੍ਰਹਮ ਸਤਿਗੁਰੂ ਜੀ ਤੋਂ ਇਹ ਉਸਤਤੀ ਸੁਣ ਕੇ ਬੜੇ ਪ੍ਰਸੰਨ ਹੋਏ ਅਤੇ ਆਪ ਜੀ ਨੂੰ ਗੁਰੂ ਹੋ ਕੇ ਗੁਰ ਮੰਤਰ ਦਿੱਤਾ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਅਤੇ ਆਗਿਆ ਕੀਤੀ ਕਿ ਮੋਦੀ ਖਾਨੇ ਦੀ ਕਾਰ ਛੱਡ ਕੇ ਇਸ ਮੰਤਰ ਨੂੰ ਸੰਸਾਰ ਵਿੱਚ ਪ੍ਰਗਟ ਕਰੋ। ਸਤਿਗੁਰੂ ਜੀ ਇਹ ਹੁਕਮ ਸੁਣ ਕੇ ਸੱਚਖੰਡ ਵਿੱਚੋਂ ਅੰਮ੍ਰਿਤ ਵੇਲੇ ਇਸ਼ਨਾਨ ਸਮੇਂ ਹੀ ਉਸ ਜਗ੍ਹਾ ਤੇ ਹੀ ਵੇਈ ਨਦੀ ਵਿੱਚ 3 ਦਿਨਾਂ ਪਿੱਛੋਂ ਵਾਪਸ ਆ ਗਏ ਜਿੱਥੋਂ ਗਏ ਸਨ। ਆਪ ਜੀ ਦੇ ਸੇਵਾਦਾਰ ਨੇ, ਜੋ ਰੋਜ਼ ਹੀ ਅੰਮ੍ਰਿਤ ਵੇਲੇ ਨਦੀ ਦੇ ਕਿਨਾਰੇ ਜਾ ਬੈਠਦਾ ਸੀ, ਜਦ ਆਪ ਜੀ ਨੂੰ ਵੇਖਿਆ ਤਾਂ ਬੜਾ ਪ੍ਰਸੰਨ ਹੋਇਆ। ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਕੱਪੜੇ ਪਹਿਨਾ ਕੇ ਆਖਿਆ, ਸਤਿਗੁਰੂ ਜੀ, ਤੁਹਾਡੇ ਵਿਛੋੜੇ ਕਰਕੇ ਸਾਰਾ ਨਗਰ ਹੀ ਵਿਆਕੁਲ ਹੋ ਰਿਹਾ ਹੈ। ਭਾਈਆ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਅਤੇ ਸ਼੍ਰੀ ਸੁਲੱਖਣੀ ਜੀ ਤਾਂ ਆਪਣੇ ਸਰੀਰ ਦੀ ਸੁੱਧ ਬੁੱਧ ਹੀ ਭੁਲਾਈ ਬੈਠੇ ਹਨ। ਛੇਤੀ ਚੱਲ ਕੇ ਸਭ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ। ਸੇਵਾਦਾਰ ਦੀ ਇਹ ਗੱਲ ਸੁਣ ਕੇ ਗੁਰੂ ਜੀ ਆਪ ਹੌਲੀ ਹੌਲੀ ਸ਼ਹਿਰ ਨੂੰ ਚੱਲ ਪਏ ਅਤੇ ਨੌਕਰ ਨੂੰ ਹੁਕਮ ਕੀਤਾ ਕਿ ਤੂੰ ਛੇਤੀ ਤੁਰ ਕੇ ਜੈ ਰਾਮ ਜੀ ਦੇ ਘਰ ਪਹੁੰਚ ਅਤੇ ਜਿੱਥੇ ਬੇਬੇ ਨਾਨਕੀ ਜੀ ਸਾਰੀ ਰਾਤ ਦੇ ਧਿਆਨ ਧਰੀ ਬੈਠੇ ਹਨ, ਉਹਨਾਂ ਦੇ ਚਰਨਾਂ ਤੇ ਸੀਸ ਰੱਖ ਕੇ ਸਾਡੀ ਵੱਲੋਂ ਨਮਸਕਾਰ ਕਰ। ਆਗਿਆ ਪਾ ਕੇ ਸੇਵਾਦਾਰ ਦੌੜ ਕੇ ਘਰ ਪਹੁੰਚਾ ਅਤੇ ਬੇਬੇ ਨਾਨਕੀ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਆਖਿਆ, ਬੇਬੇ ਜੀ, ਜਿਨ੍ਹਾਂ ਦੀ ਤੁਸੀਂ ਆਰਾਧਨਾ ਕਰ ਰਹੇ ਹੋ, ਉਹ ਤੁਹਾਡੇ ਭਰਾਤਾ ਜੀ ਆ ਗਏ ਹਨ। ਉੱਠੋ, ਉਹਨਾਂ ਦੇ ਦਰਸ਼ਨ ਕਰੋ। ਇਹ ਸੁਣ ਕੇ ਬੇਬੀ ਜੀ ਦੇ ਨੇਤਰ ਖੁੱਲ੍ਹ ਗਏ ਅਤੇ ਖੁਸ਼ੀ ਨਾਲ ਉੱਠ ਕੇ ਜੈ ਰਾਮ ਨੂੰ ਆਖਿਆ ਕਿ ਹੁਣ ਚਿੰਤਾ ਤਿਆਗ ਦਿਓ, ਕਿਉਂਕਿ ਹੁਣੇ ਹੀ ਨੌਕਰ ਨੇ ਆਣ ਕੇ ਦੱਸਿਆ ਹੈ ਕਿ ਭਰਾ ਜੀ ਆ ਗਏ ਹਨ। ਜੈ ਰਾਮ ਜੀ ਇਹ ਖਬਰ ਸੁਣ ਕੇ ਇਸ ਤਰ੍ਹਾਂ ਖੁਸ਼ ਹੋਏ ਜਿਵੇਂ ਕਿ ਸੱਪ ਨੂੰ ਮਣੀ ਲੱਭ ਪੈਂਦੀ ਹੈ। ਇਹ ਖਬਰ ਸਾਰੇ ਸ਼ਹਿਰ ਵਿੱਚ ਬਿਜਲੀ ਵਾਂਗੂ ਫੈਲ ਗਈ ਅਤੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਇਸਤਰੀ ਪੁਰਸ਼ ਮੇਲੇ ਵਾਂਗੂ ਇਕੱਠੇ ਹੋ ਗਏ। ਗੁਰੂ ਜੀ ਹੌਲੀ ਹੌਲੀ ਚੱਲ ਕੇ ਜਦ ਵੇਈ ਤੋਂ ਸਿੱਧੇ ਆਪਣੀ ਹੱਟੀ ਉੱਤੇ ਪਹੁੰਚੇ ਤਾਂ ਹੱਟੀ ਨੂੰ ਜੰਦਰਾ ਵੱਜਾ ਹੋਇਆ ਵੇਖ ਕੇ ਆਪ ਜੀ ਨੇ ਸੇਵਾਦਾਰ ਨੂੰ ਪੁੱਛਿਆ ਕਿ ਜੰਦਰਾ ਕਿਸ ਨੇ ਮਾਰਿਆ ਹੈ। ਸੇਵਾਦਾਰ ਨੇ ਦੱਸਿਆ ਕਿ ਇਹ ਨਵਾਬ ਸਾਹਿਬ ਦੇ ਹੁਕਮ ਨਾਲ ਜੰਦਰਾ ਮਾਰਿਆ ਹੋਇਆ ਹੈ। ਤਦ ਗੁਰੂ ਜੀ ਨੇ ਆਪ ਬੂਹਾ ਖੋਲ੍ਹ ਦਿੱਤਾ। ਦਰਸ਼ਨ ਕਰਨ ਵਾਸਤੇ ਆਏ ਲੋਕਾਂ ਦੀ ਭੀੜ ਲੱਗ ਗਈ। ਲੋਕ ਹੈਰਾਨ ਹੋ ਕੇ ਇੱਕ ਦੂਜੇ ਨੂੰ ਕਹਿੰਦੇ ਕਿ 3 ਦਿਨਾਂ ਪਿੱਛੋਂ ਵੇਈ ਵਿੱਚੋਂ ਡੁੱਬੇ ਹੋਏ ਨਿਕਲ ਕੇ ਪਤਾ ਨਹੀਂ ਕਿਸ ਤਰ੍ਹਾਂ ਆ ਗਏ ਹਨ। ਇਉਂ ਲੋਕ ਗੱਲਾਂ ਕਰ ਰਹੇ ਸਨ ਕਿ ਗੁਰੂ ਜੀ ਨੇ ਆਵਾਜ਼ ਦੇ ਕੇ ਆਖਿਆ ਕਿ ਜਿਸ ਨੂੰ ਜਿਸ ਚੀਜ਼ ਦੀ ਲੋੜ ਹੋਵੇ ਉਹ ਆਪ ਅੰਦਰ ਵੜ ਕੇ ਲੈ ਲਵੇ। ਹੁਣ ਸੌਦਾ ਤੋਲ ਕੇ ਨਹੀਂ ਦਿੱਤਾ ਜਾਵੇ। ਆਪ ਜੀ ਦਾ ਬਚਨ ਸੁਣ ਕੇ ਸਭ ਲੋੜਵੰਦ ਅੰਦਰ ਵੜ ਗਏ ਅਤੇ ਅੰਨ ਦਾਣਾ ਲੂਣ ਮਿਰਚ ਅਤੇ ਮਿੱਠਾ ਆਦਿਕ
ਲੁੱਟਣਾ ਸ਼ੁਰੂ ਕਰ ਦਿੱਤਾ। ਲੁੱਟ ਮੱਚੀ ਵੇਖ ਕੇ ਕਿਸੇ ਨੇ ਦੌੜ ਕੇ ਨਵਾਬ ਨੂੰ ਜਾ ਦੱਸਿਆ ਕਿ ਮੋਦੀ ਨੇ ਹੱਟੀ ਲੁਟਾ ਦਿੱਤੀ ਹੈ। ਲੋਕ ਪੰਡਾ ਬੰਨ੍ਹ ਕੇ ਸੌਦਾ ਲਈ ਜਾਂਦੇ ਹਨ। ਨਵਾਬ ਨੇ ਤਤਸ਼ਿਨ ਆਪਣੇ ਨੌਕਰ ਭੇਜ ਕੇ ਸਭ ਡਾਂਟ ਫਾਂਟ ਲਾ ਕੇ ਸੌਦਾ ਲੁੱਟਣ ਤੋਂ ਬੰਦ ਕਰ ਦਿੱਤਾ। ਪਿੱਛੋਂ ਨਵਾਬ ਦੌਲਤ ਖਾਂ ਆਪ ਵੀ ਆ ਗਿਆ ਅਤੇ ਗੁਰੂ ਜੀ ਨੂੰ ਗਲ ਵਿੱਚ ਕਫਨੀ ਪਾਈ ਵੇਖ ਕੇ ਬਹੁਤ ਹੈਰਾਨ ਹੋਇਆ ਕਿ ਇਹ ਕੀ ਗੱਲ ਬਣੀ ਹੈ। ਆਪਣੇ ਨੌਕਰਾਂ ਨੂੰ ਪੁੱਛਣ ਲੱਗਾ ਕਿ ਇਹ ਬੜਾ ਸਿਆਣਾ ਸੀ, ਅੱਜ ਇਸ ਤੇ ਕਿਸੇ ਭੂਤ ਪ੍ਰੇਤ ਦਾ ਛਾਇਆ ਪੈ ਗਿਆ। 3 ਦਿਨ ਵਿੱਚ ਰਹਿ ਕੇ ਹੁਣ ਆਣ ਕੇ ਬਿਨਾਂ ਲੇਖੇ ਕੀਤੇ ਹੀ ਹੱਟੀ ਲੁਟਾ ਦਿੱਤੀ ਹੈ। ਫਕੀਰਾਂ ਵਾਲਾ ਭੇਸ ਬਣਾ ਕੇ ਮੂੰਹੋਂ ਚੁੱਪ ਵੱਟ ਛੱਡੀ ਹੈ। ਇਸ ਨੇ ਵੇ ਵਿੱਚੋਂ ਕਿਹੜੀ ਚੀਜ਼ ਵੇਖੀ ਹੈ। ਇਸ ਤਰ੍ਹਾਂ ਅਫਸੋਸ ਕਰਦਾ ਹੋਇਆ ਦੌਲਤ ਖਾਂ ਆਪਣੇ ਘਰ ਨੂੰ ਚਲਿਆ ਗਿਆ ਅਤੇ ਗੁਰੂ ਜੀ ਹੱਟੀ ਤੋਂ ਉੱਠ ਕੇ ਮਸਾਣਾ ਵਿੱਚ ਇਕਾਂਤ ਜਾ ਬੈਠੇ। ਇਹ ਸਭ ਕੁਝ ਵੇਖ ਕੇ ਜੈ ਰਾਮ ਜੀ ਬੰਤਾਤੁਰ ਹੋਏ। ਅੰਨ ਪਾਣੀ ਵੀ ਖਾਣਾ ਪੀਣਾ ਉਹਨਾਂ ਨੇ ਛੱਡ ਦਿੱਤਾ। ਮਨ ਵਿੱਚ ਕਹਿਣ ਕਿ ਨਵਾਬ ਦਾ ਲੇਖਾ ਕਿਸ ਤਰ੍ਹਾਂ ਪੂਰਾ ਹੋਵੇਗਾ। ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਇਹ ਸਭ ਕੁਝ ਸੁਣ ਕੇ ਮੈਨੂੰ ਕੀ ਆਖਣਗੇ, ਮੈਂ ਉਹਨਾਂ ਨੂੰ ਕੀ ਉੱਤਰ ਦਿਆਂਗਾ। ਦੂਜੇ ਦਿਨ ਹੀ ਨਵਾਬ ਨੇ ਜੈ ਰਾਮ ਜੀ ਨੂੰ ਸੱਦ ਕੇ ਆਖਿਆ ਕਿ ਮੋਦੀ ਦਾ ਤੂੰ ਜ਼ਿੰਮੇਵਾਰ ਹੈ। ਇਹਦਾ ਲੇਖਾ ਕਰਕੇ ਜੋ ਘਾਟਾ ਪਵੇ ਉਸ ਨੂੰ ਤੂੰ ਪੂਰਾ ਕਰਨਾ ਹੋਵੇਗਾ। ਜੈ ਰਾਮ ਜੀ ਦੇ ਚਿੰਤਾਵਾਨ ਹੋ ਕੇ ਆਖਿਆ, ਨਵਾਬ ਜੀ ਮੈਨੂੰ ਇੱਕ ਵਾਰ ਨਾਨਕ ਜੀ ਨੂੰ ਮਿਲ ਕੇ ਪੁੱਛ ਲੈਣ ਦਿਓ, ਫਿਰ ਆਣ ਕੇ ਲੇਖਾ ਕਰਾਂਗਾ। ਨਵਾਬ ਨੂੰ ਇਹ ਆਖ ਕੇ ਜੈ ਰਾਮ ਜੀ ਮਸਾਣਾ ਵਿੱਚ ਗੁਰੂ ਜੀ ਪਾਸ ਗਏ। ਆਖਿਆ ਕਿ ਨਾਨਕ ਜੀ, ਨਵਾਬ ਨੇ ਮੈਨੂੰ ਆਖਿਆ ਹੈ ਕਿ 1 ਸਾਲ ਦਾ ਲੇਖਾ ਕਰਨਾ ਹੈ, ਸੋ ਮੈਂ ਤੁਹਾਡੇ ਪਾਸ ਆਇਆ ਹਾਂ ਕਿ ਚੱਲੋ ਚੱਲ ਕੇ ਨਵਾਬ ਨੂੰ ਲੇਖਾ ਕਰਕੇ ਦਿਓ। ਜੈ ਰਾਮ ਜੀ ਦੀ ਗੱਲ ਸੁਣ ਕੇ ਗੁਰੂ ਜੀ ਉੱਠ ਕੇ ਉਸ ਦੇ ਨਾਲ ਹੀ ਲੇਖਾ ਕਰਨ ਵਾਸਤੇ ਨਵਾਬ ਪਾਸ ਆ ਗਏ। ਨਵਾਬ ਨੇ ਆਪਣੇ ਇੱਕ ਮੁਨਸ਼ੀ ਨੂੰ ਲੇਖਾ ਕਰਨ ਵਾਸਤੇ ਆਖਿਆ। ਜਦ ਮੁਨਸ਼ੀ ਨੇ ਬੜਾ ਸੁਣ ਕੇ 1 ਸਾਲ ਦਾ ਲੇਖਾ ਕੀਤਾ ਤਾਂ ਗੁਰੂ ਜੀ ਤੇ 760 ਰੁਪਏ ਨਵਾਬ ਵੱਲ ਬਾਕੀ ਨਿਕਲੇ। ਨਵਾਬ ਇਹ ਵਾਅਦਾ ਸੁਣ ਕੇ ਬਹੁਤ ਹੈਰਾਨ ਹੋਇਆ। ਉਪਰੰਤ ਗੁਰੂ ਜੀ ਨੂੰ ਬੜੇ ਪਿਆਰ ਨਾਲ ਆਖਿਆ ਕਿ ਇਹ ਆਪਣਾ ਵਾਅਦਾ ਵੀ ਲੈ ਲਵੋ ਅਤੇ ਹੋਰ ਜਿਤਨੇ ਰੁਪਈਆਂ ਦੀ ਲੋੜ ਹੋਵੇ ਲੈ ਲਵੋ ਤੇ ਮੋਦੀ ਖਾਨੇ ਦਾ ਕੰਮ ਨਾ ਛੱਡੋ। ਗੁਰੂ ਜੀ ਨੇ ਕਿਹਾ, ਨਵਾਬ ਇਹ ਵਾਅਦਾ ਸਾਡਾ, ਆਪਣੇ ਪਾਸ ਅਮਾਨਤ ਰੱਖੋ। ਇਹ ਪੈਸੇ ਨਿਰੰਕਾਰ ਦੇ ਹਨ, ਫਕੀਰਾਂ ਨੂੰ ਦੇ ਦੇਣੇ, ਸਾਨੂੰ ਹੋਰ ਪੈਸਿਆਂ ਦੀ ਲੋੜ ਨਹੀਂ ਅਤੇ ਅਸਾਂ ਹੁਣ ਮੋਦੀ ਦਾ ਕੰਮ ਵੀ ਨਹੀਂ ਕਰਨਾ। ਇਹ ਗੱਲ ਆਖ ਕੇ ਗੁਰੂ ਜੀ ਨੇ ਫੇਰ ਫਕੀਰਾਂ ਦਾ ਭੇਸ ਧਾਰ ਕੇ ਮਸਾਣਾ ਵਿੱਚ ਜਾ ਬੈਠੇ। ਸਾਰਾ ਪਰਿਵਾਰ ਆਪ ਜੀ ਦੀ ਇਹ ਕਾਰ ਵੇਖ ਕੇ ਹੈਰਾਨ ਹੋ ਰਿਹਾ। ਆਪ ਜੀ ਦੇ ਪਾਸ ਜਾ ਕੇ ਖੜੇ ਹੋ ਕੇ ਵੇਖਦੇ ਰਹਿੰਦੇ, ਪਰ ਕੋਈ ਬੋਲ ਕੁਝ ਨਾ ਸਕਦਾ। ਉਪਰੰਤ ਜੈ ਰਾਮ ਜੀ ਨੇ ਘਰ ਜਾ ਕੇ ਸ਼੍ਰੀ ਸੁਲੱਖਣੀ ਜੀ ਨੂੰ ਧੀਰਜ ਦੇ ਕੇ ਆਖਿਆ ਕਿ ਸਾਡਾ ਕੋਈ ਵਸ ਨਹੀਂ ਚੱਲਦਾ, ਪਰਮੇਸ਼ਰ ਦਾ ਸਿਮਰਨ ਕਰੋ, ਉਹ ਭਲੀ ਕਰੇਗਾ। ਚਿੰਤਾ ਕੀਤਿਆਂ ਤਾਂ ਕੁਝ ਨਹੀਂ ਬਣਦਾ। ਲੋਕ ਭਾਂਤ ਭਾਂਤ ਦੀਆਂ ਕਰਦੇ, ਕੋਈ ਆਖੇ ਨਾਨਕ ਜੀ ਬਾਬਰਾ ਹੋ ਗਏ ਹਨ, ਕੋਈ ਆਖੇ ਭੂਤ ਚੰਬੜ ਗਿਆ ਹੈ ਆਦਿ। ਕੇਵਲ ਇੱਕ ਬੇਬੇ ਨਾਨਕੀ ਹੀ ਮਨ ਵਿੱਚ ਦ੍ਰਿੜ ਰਹੀ, ਉਹ ਨਾ ਡੋਲੀ। ਉਸ ਨੇ ਕਿਹਾ, ਦੋਹਰਾ ਪ੍ਰਾਂਤ ਕਰੇ ਸੋਈ ਭਲੀ, ਬਨੇ ਨਾ ਕਹਿਨ ਹਮਾਰ, ਹੈ ਅਲਪਗ ਸਰਬਗ ਕੀ, ਮੇਟਹਿ ਕਿਰਤ ਗਵਾਰ। ਅਰਥਾਤ ਜੋ ਭਰਾਤਾ ਜੀ ਕਰਦੇ ਹਨ ਉਹ ਚੰਗਾ ਹੀ ਕਰਦੇ ਹਨ, ਸਾਡਾ ਕੁਝ ਕਹਿਣਾ ਨਹੀਂ ਬਣਦਾ, ਕਿਉਂਕਿ ਜਿਹੜਾ ਅਲਪਗ ਹੋ ਕੇ ਸਰਬੱਗ ਦੇ ਕੰਮਾਂ ਤੇ ਉਟਕਣ ਕਰੇ ਉਹ ਮੂਰਖ ਹੁੰਦਾ ਹੈ। ਪੰਡਤ ਸ਼ਾਮ ਨੂੰ ਉਪਦੇਸ਼। ਜਨਮ ਲਖਮੀ ਦਾਸ ਜੀ। ਬਾਲਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ, ਜਦ ਇਸ ਗੱਲ ਦਾ ਸ਼੍ਰੀ ਸੁਲੱਖਣੀ ਜੀ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੇ ਪੇਕੇ ਘਰ ਮਾਤਾ ਪਿਤਾ ਨੂੰ ਖਬਰ ਕਰਨ ਵਾਸਤੇ ਇੱਕ ਆਦਮੀ ਭੇਜ ਦਿੱਤਾ। ਇਹ ਖਬਰ ਸੁਣਦੇ ਸਾਰ ਹੀ ਮੂਲ ਚੰਦ ਇੱਕ ਪਾਂਧੇ ਨੂੰ ਨਾਲ ਲੈ ਕੇ ਸੁਲਤਾਨਪੁਰ ਆ ਗਿਆ। ਸ਼੍ਰੀ ਸੁਲੱਖਣੀ ਜੀ ਤੋਂ ਸਾਰੀ ਗੱਲ ਸੁਣ ਕੇ ਗੁੱਸੇ ਨਾਲ ਲਾਲ ਪੀਲਾ ਹੋ ਕੇ ਮਸਾਣਾ ਵਿੱਚ ਜਿੱਥੇ ਗੁਰੂ ਨਾਨਕ ਜੀ ਬੈਠੇ ਸਨ ਉੱਥੇ ਪਹੁੰਚ ਕੇ ਕਹਿਣ ਲੱਗਾ, ਤੂੰ ਚੰਗਾ ਕੁੱਲਾਂ ਨੂੰ ਤਾਰਨ ਵਾਲਾ ਜੰਮਿਆ ਹੈ, ਮਾਂ ਪਿਓ ਨੂੰ ਵੱਖ ਸਤਾਇਆ ਹੈ ਤੇ ਸਾਨੂੰ ਵੱਖ ਦੁੱਖਾਂ ਵਿੱਚ ਪਾ ਦਿੱਤਾ ਹੈ। ਜਦ ਤੋਂ ਅਸਾਂ ਤੇਰੀ ਸਗਾਈ ਕੀਤੀ ਹੈ ਤਦ ਤੋਂ ਹੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਸਾਡਾ ਹਿਰਦਾ ਤਪ ਗਿਆ ਹੈ। ਮੂਲ ਚੰਦ ਜੀ ਨੂੰ ਪਿਤਾ ਸਮਾਨ ਸਮਝ ਕੇ ਜਦ ਗੁਰੂ ਜੀ ਨੇ ਕੋਈ ਉੱਤਰ ਨਾ ਦਿੱਤਾ ਤਾਂ ਮੂਲ ਚੰਦ ਗੁੱਸੇ ਅਨੇਕ ਤਰ੍ਹਾਂ ਦੀਆਂ ਗੱਲਾਂ ਆਖ ਕੇ ਸ਼ਹਿਰ ਵਾਪਸ ਆਣ ਕੇ ਉਸ ਪੰਡਤ ਪਾਸ ਗਿਆ ਜਿਸ ਪਾਸ ਗੁਰੂ ਜੀ ਬੈਠਦੇ ਹੁੰਦੇ ਸਨ। ਉਸ ਨੂੰ ਕਹਿਣ ਲੱਗਾ ਕਿ ਜਿਸ ਦਿਨ ਮੈਂ ਲੜਕੀ ਵਿਆਹੀ ਮੈਨੂੰ ਇੱਕ ਦਿਨ ਵੀ ਸੁੱਖ ਨਹੀਂ ਮਿਲਿਆ। ਹੁਣ ਵੇਖੋ ਨੀਂਗਰ ਦੀ ਹੱਟੀ ਦਾ ਕੰਮ ਤੇ ਸੁਪਤਨੀ ਨੂੰ ਛੱਡ ਕੇ ਮੜੀਆਂ ਵਿੱਚ ਜਾ ਬੈਠਾ ਹੈ। ਅੱਗੇ ਭਾਈ ਸੰਤੋਖ ਸਿੰਘ ਜੀ ਲਿਖਣ, ਸੁਣ ਕਰ ਆਤੁਰ ਬਚਨ ਤਹਿ,
दिजबर कियो प्यान, चले तिसे समझाए हैं, अस बिद करत बखान। अर्थात पंडित ने मूल चंद के दुख भरे बचन सुन के कहा, चलो उस नूं चल के समझाउंदे हां। पंडित गुरु जी पास आण के समझाउण लगा कि तुसां जो मोदी की कार छड्ड दित्ती है, यह चंगा नहीं कीता। बालां वाली कच्ची मत कीती है। माता पिता की इज्जत नहीं वेखी ते फकीरी बाणा धारण करके मसाणा की पृष्ठ थां आ बैठे हो। पंडित की यह गल सुन के सतगुरु जी ने बसंत रुत के बसंत राग विच यह शब्द उचारण किया, राजा बालक नगरी काचिष्टा नाल प्यारो, दोए माए दोए बापा पड़ी है, पंडित करह विचारो, स्वामी पंडिता तुम देह मती, किन बिद पावो प्राण पाती। रहाओ। अर्थात मन राजा जो बालक की न्यायी है, वह रात दिन ही चंचल रहता है, विषयां दे सुख विच रचिया रहता है। इस दा कच्ची नगरी देही विच वासा है, जे इसका अज कल ही नाश हो जाना है। यह मन उस नूं स्थिर जान के उस नाल प्रीति कर रहा है। जदों मौत रूपी मींह पिया, तदों ही यह कच्ची कंध ढह जाएगी। माया अते अविद्या इस दियां दो माता हन अते ईश्वर ते जीव दो पिता हन। इन दोहां खोटेपन दा मूल यह मन जन्मिया है। इस नूं किस विधि नाल सोधिया जावे। पंडित जी यह गल दी विचार करके मैनू सिक्ख्या दिओ, जिस नाल मैनू प्रभु की प्राप्ति हो जावे। यह बचन करके गुरु जी चुप कर रहे। मूल चंद बोलिया, जे यह तेरी विचार सी, फिर तू विआह करके मैनू क्यों दुखी किया है। सारा धन हट्टी दा व्यर्थ ही लुटा दिता। अपनी इस्त्री पुत्र नूं एक कौडी नहीं दिती अते लाज रहत हो के घर बार छड्ड के दौड़ आया है। फिर सतगुरु जी बोले, पीतर अगन बनासपति, मौली सागर पंडे पाया, चंद सूरज दोए घर ही, पीतर ऐसा ज्ञान न पाया। अर्थात अंदर तृष्णा रूपी प्रचंड अग्नि है, जो अरबां खरबां नाल तृप्त नहीं हुंदी। बाहर धीआं पुत्र इस्त्री संबंधी हन। तृष्णा का पेट समुद्र नालों भी वड्डा है, जो कदे नहीं भरदा। शरीर विच ही चंद सूरज दोवें प्रकाश रहे हैं। जद इस गल का ज्ञान जावे तो सब कुछ प्रतीत हो जाता है। यह बचन करके गुरु जी तो चुप हो गए। फिर श्यामा पंडित बोलिया कि अपना काम भी करो ते राम सिमरन भी करो। राम सारे जलां थलां विच व्यापक है अते हर एक प्राणी दी सार लैंदा है। पंडित दी यह गल सुन के गुरु जी ने शब्द का तीसरा पद उचारण किया, राम रवंता जानिए, एक माई भोग करे, ताके लखन जानी एह, खिमा धन संग्रह। अर्थात पंडित जी राम सर्व व्यापक उही जानदा है, जिस दे यह लक्षण होण के ओह माया नाल प्यार ना करदा होवे, माया नूं उदारचित हो के एक वार वितकरे वरतदा होवे अते खिमा आदि शुभ गुणां दा धन इकट्ठा करदा होवे। ऐसा पुरुष ही जान सकता है कि राम सर्ब विच रविया होया है। मूल चंद ने यह बचन सुन के आख्या, यह सिरड़ी बौरा हो गया है। मैनू इस दी कुछ समझ नहीं पैंदी कि की आख रहा है। जो मूँह विच आउंदा है बोली जाता है। चलो घर चलीए, इस नाल बोलण दा कोई लाभ नहीं है। इस प्रकार सुन के गुरु जी बोले, कहया सुनिए ना खाया, माने तिना ही सेती वासा, प्रणवत नानक दासन दासा, खिन तोला खिन मासा। अर्थात जो किसी का आख्या उपदेश नहीं सुनता ते पहलां दा भोग्या मन नहीं, जो सदा विषय विकारां वालियां इंद्रियां नाल ग्रसिया होया है, ऐसा मन पदार्थ पा के छिन विच फुल के तोला ते पदार्थ गवा के छिन विच शोक नाल सुंगड़ के मासा हो जाता है। हे पंडित जी, परमेश्वर के दासां दा दास श्री गुरु नानक जी ਇਹ ਉਸ परमात्मा अगे बेनती करते हैं कि इस ਨੂੰ ਸੁਧਾਰਨ ਦੇ ਯਤਨ ਕਰੋ, ਜਿਸ ਨਾਲ ਜੀਵ ਦਾ ਉਧਾਰ ਹੋਵੇ। ਇਹ ਸੁਣ ਕੇ ਪੰਡਿਤ ਸ਼ਾਮੇ ਨੇ ਹੱਥ ਜੋੜ ਕੇ ਆਪ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਕਿਹਾ ਕਿ ਆਪ ਧੰਨਤਾ ਜੋਗ ਹੋ, ਕਿਰਪਾ ਕਰਕੇ ਮੇਰਾ ਵੀ ਉਧਾਰ ਕਰੋ। श्याम पंडित की अधीनगी ते शरधा वेख के गुरु जी ने कृपा दृष्टि करके पंडित नूं सतनाम उपदेश दे के उस दे जन्म मरण के बंधन कट दिते। इस प्रकार गल्लां सुन के मूल चंद बहुत खिज के मन विच बहुत दुखी होकर सुलखणी जी पास जा रहा, घर वापस ना गया। उपरंत जद गुरु नानक जी नूं मड़ियां विच बैठिया 3 महीने बीत गए तां आप जी दे घर लक्ष्मी दास ने जन्म लिया।
ਜਿਸ ਕਰਕੇ ਸਾਰੇ ਪਰਿਵਾਰ ਦੀ ਖੁਸ਼ੀ ਹੋਈ। ਇਹ ਖਬਰ ਸੁਣ ਕੇ ਵੀ ਗੁਰੂ ਜੀ ਘਰ ਨਾ ਆਏ। ਰਾਤ ਦਿਨ ਮਸਾਣਾ ਵਿੱਚ ਬੈਠੇ ਇਹ ਹੀ ਬੋਲੀ ਜਾਣ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ, ਅਰਥਾਤ ਸੰਸਾਰ ਵਿੱਚ ਕੋਈ ਹਿੰਦੂ ਮੁਸਲਮਾਨ ਨਹੀਂ ਹੈ। ਦੋਹਾਂ ਨੇ ਆਪਣੇ ਨਾਮ ਝੂਠੇ ਹੀ ਰੱਖੇ ਹੋਏ ਹਨ। ਕਾਜੀ ਨੂੰ ਉਪਦੇਸ਼। ਇਹ ਗੱਲ ਸ਼ਹਿਰ ਦੇ ਕਾਜੀ ਨੇ ਸੁਣੀ ਤਾਂ ਉਹ ਆਪ ਗੁਰੂ ਜੀ ਪਾਸ ਇਸ ਗੱਲ ਦਾ ਨਿਰਣਾ ਕਰਨ ਵਾਸਤੇ ਗਿਆ। ਕਾਜੀ ਦੇ ਨਾਲ ਕੁਝ ਹੋਰ ਮਨੁੱਖ ਵੀ ਗੱਲਾਂ ਬਾਤਾਂ ਸੁਣਨ ਗਏ ਅਤੇ ਗੁਰੂ ਜੀ ਪਾਸ ਕਾਜੀ ਸਾਹਿਬ ਜਾ ਬੈਠੇ। ਕਾਜੀ ਨੇ ਸੁਣਿਆ ਕਿ ਗੁਰੂ ਜੀ ਇਹੀ ਬੋਲੀ ਬੋਲ ਰਹੇ ਹਨ, ਨਾ ਕੋਈ ਹਿੰਦੂ ਨਾ ਮੁਸਲਮਾਨ। ਕਾਜੀ ਨੇ ਪੁੱਛਿਆ, ਤੁਸੀਂ ਇਹ ਗੱਲ ਕਿਸ ਤਰ੍ਹਾਂ ਆਖਦੇ ਹੋ? ਹਿੰਦੂ ਮੁਸਲਮਾਨ ਤਾਂ ਸਾਰੇ ਸੰਸਾਰ ਵਿੱਚ ਹੀ ਦਿਸ ਰਹੇ ਹਨ। ਇਸ ਕਰਕੇ ਸਾਨੂੰ ਇਸ ਗੱਲ ਦਾ ਨਿਰਣਾ ਕਰਕੇ ਸਮਝਾਓ। ਸਤਿਗੁਰੂ ਜੀ ਨੇ ਇਸ ਦੇ ਉੱਤਰ ਵਿੱਚ ਇਹ ਸ਼ਲੋਕ ਉਚਾਰਨ ਕੀਤਾ। ਵਾਰ ਮਾਝ ਸ਼ਲੋਕ ਮਹੱਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ ਜਾ ਹੋਏ ਤਾਂ ਮੁਸਲਮਾਨ ਕਹਾਵੇ, ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮਸਾਵੇ। ਹੋਏ ਮੁਸਲਮ ਦੀਨ ਮੁਹਾਵੇ, ਮਰਨ ਜੀਵਨ ਕਾ ਭਰਮ ਚੁਕਾਵੇ। ਰਥ ਕੀ ਰਜਾਏ ਮੰਨੇ ਸਿਰ ਊਪਰ, ਕਰਤਾ ਮੰਨੇ ਆਪ ਗਵਾਵੇ। ਤਉ ਨਾਨਕ ਸਰਬ ਜੀਆ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੇ। ਮਿਹਰ ਮਸੀਤ ਸਿਦਕ ਮੁਸਲਾ, ਹਕ ਹਲਾਲ ਕੁਰਾਨ, ਸ਼ਰਮ ਸੁਨਤ ਸੀਲ ਰੋਜਾ, ਹੋ ਮੁਸਲਮਾਨ। ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਜ। ਤਸਬੀ ਸਾ ਤਿਸ ਭਾਵ ਸੀ, ਨਾਨਕ ਰੱਖੇ ਲਾਜ। ਅਰਥਾਤ ਮੁਸਲਮਾਨ ਕਹਾਉਣਾ ਬੜਾ ਔਖਾ ਹੈ। ਜਿਬ ਕਰਮ ਕਰੇ ਤਾਂ ਮੁਸਲਮਾਨ ਅਖਵਾਏ। ਪਹਿਲਾਂ ਇਹ ਕਿ ਆਪਣੇ ਦੀਨ ਦੇ ਅਸੂਲਾਂ ਨੂੰ ਮਿੱਠਾ ਕਰਕੇ ਮੰਨੇ ਅਤੇ ਫਿਰ ਧਨ ਪਦਾਰਥ ਦਾ ਮੋਹ ਨਾ ਕਰੇ। ਰੱਬ ਦਾ ਭਾਣਾ ਮੰਨੇ ਅਤੇ ਆਪਣੇ ਆਪ ਦਾ ਹੰਕਾਰ ਨਾ ਕਰੇ। ਸਾਰੇ ਜੀਵਾਂ ਤੇ ਦਇਆ ਕਰਨ ਵਾਲਾ ਹੋਵੇ ਤਾਂ ਮੁਸਲਮਾਨ ਅਖਵਾਏ। ਦਇਆ ਦੀ ਮਸੀਤ, ਸਬਰ ਸੰਤੋਖ ਦਾ ਮੁਸੱਲਾ, ਨਮਾਜ਼ ਪੜ੍ਹਨ ਵਾਲਾ, ਹੱਕ ਦੀ ਕਮਾਈ ਨੂੰ ਕੁਰਾਨ ਦਾ ਪੜ੍ਹਨਾ ਜਾਣੋ। ਸ਼ਰਮ ਦੀ ਸੁੰਨਤ ਅਤੇ ਮਿੱਠਤ ਦਾ ਰੋਜ਼ਾ ਕਰੇ ਤਾਂ ਮੁਸਲਮਾਨ ਹੁੰਦਾ ਹੈ। ਨੇਕ ਕਰਨੀ ਦਾ ਕਾਬਾ, ਪੂਜਿਆ ਮੰਦਰ, ਸੱਚ ਨੂੰ ਪੀਰ ਅਤੇ ਨੇਕ ਕਰਮਾਂ ਦਾ ਕਰਨ ਵਾਲਾ, ਕਲਮਾ ਤੇ ਨਮਾਜ਼ ਪੜ੍ਹਨੀ ਕਰੇ। ਉਸ ਪਰਮੇਸ਼ਰ ਨੂੰ ਜਿਹੜੀ ਗੱਲ ਮਾਨ ਹੋਵੇ ਤਸਬੀਹ ਉਹ ਕਰੇ। ਫਿਰ ਕਾਜ਼ੀ ਨੇ ਕਿਹਾ, ਹਿੰਦੂ ਕੌਣ ਹੈ? ਗੁਰੂ ਜੀ ਨੇ ਕਿਹਾ, ਮਹੱਲਾ ਪਹਿਲਾ, ਵਾਰ ਬਿਹਾਗੜਾ। ਹਿੰਦੂ ਮੂਲੇ ਭੂਲੇ ਅਖੁੱਠੀ ਜਾਹੀ, ਨਾਰਦ ਕਹਿਆ ਸੇ ਪੂਜ ਕਰਾਹੀ। ਅੰਧੇ ਗੁੰਗੇ ਅੰਧ ਅੰਧਾਰ, ਪਾਥਰ ਲੈ ਪੂਜੇ ਮੁਗਧ ਗਵਾਰ। ਉਹ ਜਾ ਆਪ ਡੁੱਬੇ ਤੁਮ ਕਹਾਂ ਤਰਨਹਾਰ। ਅਰਥਾਤ ਹਿੰਦੂ ਮੂਲ ਤੋਂ ਭੁੱਲ ਕੇ ਵਿਅਰਥ ਜਾ ਰਹੇ ਹਨ। ਨਾਰਦ ਨੇ ਜੋ ਪੱਥਰ ਪੂਜਾ ਦੱਸੀ ਹੈ ਉਹ ਕਰ ਰਹੇ ਹਨ। ਅੰਨੇ ਗੁੰਗੇ ਹੋ ਕੇ ਹਨੇਰ ਕੁੱਪ ਘੇਰ ਵਿੱਚ ਕੰਮ ਕਰ ਰਹੇ ਹਨ। ਮੂਰਖ ਪੱਥਰਾਂ ਨੂੰ ਪੂਜਦੇ ਹਨ। ਜੋ ਪੱਥਰ ਆਪ ਹੀ ਪਾਣੀ ਵਿੱਚ ਡੁੱਬ ਜਾਂਦੇ ਹਨ, ਉਹ ਤੁਹਾਨੂੰ ਕਿਸ ਤਰ੍ਹਾਂ ਤਾੜਾ ਹੋ ਸਕਦਾ ਹੈ? ਕਾਜੀ ਸਾਹਿਬ, ਮੁਸਲਮਾਨਾਂ ਤੇ ਹਿੰਦੂਆਂ ਦੀ ਇਹੀ ਗੱਲ ਸਮਝ ਲਵੋ ਕਿ ਨੇਕ ਕਰਮ ਤਾਂ ਇਹ ਦੋਵੇਂ ਨਹੀਂ ਕਰਦੇ ਅਤੇ ਮੁਸਲਮਾਨ ਤੇ ਹਿੰਦੂ ਆਪਣਾ ਨਾਮ ਝੂਠਾ ਹੀ ਕਹਿੰਦੇ ਹਨ। ਇਹ ਸੱਚੀ ਗੱਲ ਜਾਣ ਕੇ ਕਾਜੀ ਕੁਝ ਨਾ ਬੋਲ ਸਕਿਆ ਅਤੇ ਚੁੱਪ ਕਰਕੇ ਆਪਣੇ ਘਰ ਨੂੰ ਚਲਿਆ ਗਿਆ। ਮਨ ਸੁਖ ਤੇ ਭਗੀਰਥ ਨੂੰ ਜੀ। ਸਤਿਗੁਰੂ ਜੀ ਪਾਸ ਭਾਈ ਭਗੀਰਥ ਦਰਸ਼ਨ ਕਰਨ ਵਾਸਤੇ ਰਹਿੰਦਾ ਸੀ। ਪਿੱਛੋਂ ਮਨ ਸੁਖ ਵੀ ਬੜੇ ਪ੍ਰੇਮ ਕਰਕੇ ਆਇਆ ਅਤੇ ਗੁਰੂ ਜੀ ਨੂੰ ਦੰਡਵਤ ਨਮਸਕਾਰ ਕੀਤੀ। ਗੁਰੂ ਜੀ ਨੇ ਸਤ ਕਰਤਾਰ ਕਹੀ ਅਤੇ ਕੁਸ਼ਲਤਾ ਪੁੱਛੀ। ਮਨ ਸੁਖ ਨੇ ਕਿਹਾ, ਆਪ ਜੀ ਦੇ ਦਰਸ਼ਨ ਕਰਕੇ ਸਭ ਕੁਸ਼ਲਤਾ ਹੋ ਗਈ ਹੈ। ਮੇਰੇ ਮਨ ਤਨ ਤੇ ਦੁੱਖ ਦੂਰ ਹੋ ਗਏ ਹਨ। ਮੈਂ ਹੁਣ ਆਪ ਜੀ ਤੋਂ ਆਗਿਆ ਲੈ ਕੇ ਵਣਜ ਵਪਾਰ ਕਰਨ ਵਾਸਤੇ ਸੰਗਲਾਦੀਪ ਜਾਣਾ ਚਾਹੁੰਦਾ ਹਾਂ। ਆਪ ਕਿਰਪਾ ਕਰਕੇ ਮੈਨੂੰ ਕੋਈ ਸ਼ਬਦ ਲਿਖਵਾ ਦਿਓ ਜਿਸ ਨੂੰ ਪੜ੍ਹ ਕੇ ਮੇਰਾ ਗੁਰੂ ਚਰਨਾਂ ਨਾਲ ਪ੍ਰੇਮ ਵਧੇ। ਮਨ ਸੁਖ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਨਾਮ ਦੀ ਮਹਿਮਾ ਤੇ ਭਗਤੀ ਦੀ ਵਡਿਆਈ ਦੇ ਬਚਨ ਉਚਾਰਨ ਕੀਤੇ, ਜਿਨ੍ਹਾਂ ਨੂੰ ਮਨ ਸੁਖ ਨੇ ਲਿਖ ਕੇ ਆਪਣੇ ਪਾਸ ਰੱਖ ਲਿਆ। ਉਪਰੰਤ ਗੁਰੂ ਜੀ ਨੇ ਕਿਹਾ, ਨੇਮ ਨਾਲ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਇਹਨਾਂ ਨੂੰ ਪੜ੍ਹ ਕੇ ਅਰਦਾਸ ਕਰਨੀ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਣੀ। ਤੇਰਾ ਕੋਈ ਕੰਮ ਨਹੀਂ ਅਟਕੇਗਾ। ਮਨ ਸੁਖ ਇਹ ਉਪਦੇਸ਼ ਲੈ ਕੇ ਬੜਾ ਪ੍ਰਸੰਨ ਹੋ ਕੇ ਸੌਦਾਗਰੀ ਦਾ ਮਾਲ ਲੱਦ ਕੇ ਸੰਗਲਾਦੀਪ ਨੂੰ ਚਲਿਆ ਗਿਆ। ਉਪਰੰਤ ਭਗੀਰਥ ਨੂੰ ਵੀ ਗੁਰੂ ਜੀ ਨੇ ਆਗਿਆ ਕੀਤੀ ਕਿ ਤੂੰ ਵੀ ਆਪਣੇ ਘਰ ਚਲਿਆ ਜਾ ਅਤੇ ਹਿਰਦੇ ਵਿੱਚ ਸਦਾ ਸਤਨਾਮ ਦਾ ਸਿਮਰਨ ਰੱਖਣਾ। ਮਸੀਤ ਵਿੱਚ ਨਮਾਜ਼ ਪੜ੍ਹਨੀ।
ਉਪਰੰਤ ਬਾਲਾ ਜੀ ਨੇ ਦੱਸਿਆ, ਗੁਰੂ ਸੱਚੇ ਪਾਤਸ਼ਾਹ ਜੀ ਮੂਲ ਚੰਦ ਨੂੰ ਪਤਾ ਲੱਗਾ ਕਿ 760 ਰੁਪਏ ਗੁਰੂ ਜੀ ਦੇ ਨਵਾਬ ਵੱਲ ਬਾਕੀ ਨਿਕਲੇ ਹਨ ਤਾਂ ਉਹ ਝਟਪਟ ਹੀ ਨਵਾਬ ਪਾਸ ਚਲਿਆ ਗਿਆ। ਜਦ ਨਵਾਬ ਨੇ ਪੁੱਛਿਆ ਕਿ ਤੂੰ ਕੌਣ ਹੈ ਤਾਂ ਮੂਲ ਚੰਦ ਨੇ ਦੱਸਿਆ, ਮੈਂ ਤੁਹਾਡੇ ਮੋਦੀ ਦਾ ਸਹੁਰਾ ਹਾਂ। ਉਹਨਾਂ ਦਾ 760 ਰੁਪਇਆ ਜੋ ਵਾਧਾ ਨਿਕਲਿਆ ਹੈ ਉਹ ਉਹਨਾਂ ਦੇ ਇਸਤਰੀ ਪੁੱਤਰ ਨੂੰ ਚਾਹੀਦਾ ਹੈ। ਨਵਾਬ ਨੇ ਕਿਹਾ, ਮੋਦੀ ਨੇ ਕਿਹਾ ਹੈ ਕਿ ਇਹ ਰੁਪਈਆ ਫਕੀਰਾਂ ਨੂੰ ਖਵਾ ਦਿਓ। ਮੂਲ ਚੰਦ ਨੇ ਕਿਹਾ, ਉਹ ਬਾਵਰਾ ਹੋ ਗਿਆ ਹੈ, ਘਰ-ਬਾਰ ਛੱਡ ਕੇ ਮਸਾਣਾ ਵਿੱਚ ਜਾ ਬੈਠਾ ਹੈ, ਉਸ ਨੂੰ ਆਪਣੇ ਆਪ ਦੀ ਵੀ ਸੁੱਧ ਨਹੀਂ ਹੈ। ਨਵਾਬ ਇਹ ਗੱਲ ਸੁਣ ਕੇ ਸੋਚਣ ਲੱਗ ਪਿਆ, ਇਹ ਫੈਸਲਾ ਕਿਸ ਤਰ੍ਹਾਂ ਨਿਬੇੜਿਆ ਜਾਵੇ। ਜੇ ਫਕੀਰਾਂ ਨੂੰ ਨਾ ਦਿੱਤਾ ਤਾਂ ਅਨਿਆਏ ਹੋਵੇਗਾ ਅਤੇ ਜੇ ਦੇ ਦੇਵਾਂ ਤਾਂ ਇਹ ਕਲਪੇਗਾ। ਨਵਾਬ ਦੇ ਮੰਤਰੀ ਯਾਰ ਖਾਨ ਨੇ ਕਿਹਾ ਕਿ ਪਹਿਲਾਂ ਸਾਨੂੰ ਇਹ ਨਿਰਣਾ ਕਰ ਲੈਣਾ ਚਾਹੀਦਾ ਹੈ ਕਿ ਮੋਦੀ ਨੂੰ ਭੂਤ ਚੰਬੜਿਆ ਹੈ ਕਿ ਨਹੀਂ, ਪਿੱਛੋਂ ਇਸ ਰੁਪਏ ਨੂੰ ਦਿੱਤਾ ਜਾ ਸਕਦਾ ਹੈ। ਨਵਾਬ ਨੇ ਕਿਹਾ, ਇਹ ਗੱਲ ਠੀਕ ਹੈ। ਉਪਰੰਤ ਨਵਾਬ ਨੇ ਮੁੱਲਾ ਨੂੰ ਬੁਲਾ ਕੇ ਮੂਲ ਚੰਦ ਨਾਲ ਗੁਰੂ ਜੀ ਦਾ ਹਾਲ ਵੇਖਣ ਵਾਸਤੇ ਭੇਜ ਦਿੱਤਾ। ਮੁੱਲਾ ਜੰਤਰ ਮੰਤਰ ਲਿਖ ਕੇ ਗੁਰੂ ਜੀ ਪਾਸ ਜਾ ਬੈਠਾ ਅਤੇ ਇਹ ਤਮਾਸ਼ਾ ਵੇਖਣ ਵਾਸਤੇ ਹੋਰ ਵੀ ਬਹੁਤ ਸਾਰੇ ਲੋਕ ਉੱਥੇ ਆਣ ਇਕੱਠੇ ਹੋਏ। ਗੁਰੂ ਜੀ ਸਮਾਧੀ ਲਾ ਕੇ ਬੈਠੇ ਸਨ। ਮੁੱਲਾ ਨੇੜੇ ਹੋ ਕੇ ਮੰਤਰ ਪੜ੍ਹ ਕੇ ਝਾੜਾ ਕਰਦਾ ਰਿਹਾ, ਪਰ ਇਸ ਦਾ ਕੁਝ ਅਸਰ ਨਾ ਹੋਇਆ। ਤਾਂ ਫਿਰ ਮੁੱਲਾ ਨੇ ਕੱਪੜੇ ਦੀ ਇੱਕ ਵੱਟੀ ਵੱਟ ਕੇ ਉਹ ਸੁਖਾ ਕੇ ਗੁਰੂ ਜੀ ਦੇ ਨੱਕ ਵਿੱਚ ਧੂੰਆਂ ਦਿੱਤਾ। ਇਸ ਨਾਲ ਗੁਰੂ ਜੀ ਦੀ ਸਮਾਧੀ ਖੁੱਲ ਗਈ ਤੇ ਆਪਣੇ ਪਾਸ ਮੁੱਲਾ ਨੂੰ ਮੂਲੇ ਤੇ ਬਹੁਤ ਲੋਕਾਂ ਸਹਿਤ ਬੈਠੇ ਵੇਖ ਕੇ ਮੁੱਲਾ ਪ੍ਰਤੀ ਇਹ ਸ਼ਬਦ ਉਚਾਰਨ ਕੀਤਾ। ਸ਼ਲੋਕ ਮਹੱਲਾ ਪਹਿਲਾ। ਤ੍ਰਿਗ ਤਿਨਾ ਕਾ ਜੀਵਿਆ, ਜੇ ਲਿਖ ਲਿਖ ਵਿੱਚ ਇਹ ਨਾਉ, ਖੇਤੀ ਜਿਨ ਕੀ ਉਜੜੇ ਖਲਵਾ ਕਿਆ ਥਾਉ। ਅਰਥਾਤ ਉਹਨਾਂ ਦਾ ਜਿਉਣਾ ਤ੍ਰਿਗ ਹੈ, ਜਿਹੜੇ ਪਰਮੇਸ਼ਰ ਦੇ ਨਾਮ ਨੂੰ ਧਾਗੇ ਤਵੀਤਾਂ ਦੇ ਰੂਪ ਵਿੱਚ ਲਿਖ ਕੇ ਵੇਚਦੇ ਹਨ। ਜਿਨ੍ਹਾਂ ਦੀ ਸ਼ੁਭ ਕਰਮਾਂ ਦੀ ਖੇਤੀ ਖੇਤ ਰੂਪੀ ਸਰੀਰ ਵਿੱਚ ਹੀ ਉਜੜ ਜਾਵੇ, ਉਹਨਾਂ ਦੇ ਦਾਣਿਆਂ ਦੇ ਬੋਹਲ ਆਤਮ ਆਨੰਦ ਦਾ ਕੋਈ ਥਾਂ ਨਹੀਂ ਹੁੰਦਾ। ਇਹ ਬਚਨ ਸੁਣ ਕੇ ਮੁੱਲਾ ਨੇ ਕਿਹਾ, ਭੂਤਨਾ ਬੋਲ ਪਿਆ ਹੈ, ਮੈਂ ਹੁਣੇ ਹੀ ਇਸ ਨੂੰ ਕੱਢ ਦਿਆਂਗਾ। ਉੱਚੀ ਆਵਾਜ਼ਾਂ ਕਰਕੇ ਕਹਿਣ ਲੱਗਾ, ਆਪਣਾ ਨਾਮ ਦੱਸ, ਨਹੀਂ ਤਾਂ ਤੈਨੂੰ ਅੱਗ ਲਾ ਕੇ ਫੂਕ ਦਿਆਂਗਾ। ਜੇ ਭਲਾ ਚਾਹੁੰਦਾ ਹੈ ਤਾਂ ਸੱਚ ਦੱਸ ਦੇ। ਮੁੱਲਾ ਦੀ ਇਹ ਗੱਲ ਸੁਣ ਕੇ ਸਤਿਗੁਰੂ ਜੀ ਬੋਲੇ। ਮਾਰੂ ਮਹੱਲਾ ਪਹਿਲਾ। ਕੋਈ ਆਖੇ ਪੂਤਨਾ, ਕੋਈ ਕਹੇ ਬੈਤਾਲਾ, ਕੋਈ ਆਖੇ ਆਦਿ ਨਾਨਕ ਵੇਚਾਰਾ। ਭਇਆ ਦੀਵਾਨਾ ਸਾਹਾ ਕਾ, ਨਾਨਕ ਬੌਰਾਨਾ, ਹਉ ਹਰ ਬਿਨ ਅਵਰ ਨ ਜਾਨਾ। ਰਹਾਉ। ਤਉ ਦੇਵਾਨਾ ਜਾਣੀਐ, ਜਾ ਭੈ ਦੇਵਾਨਾ ਹੋਏ, ਏਕੀ ਸਾਹਿਬ ਬਾਹਰਾ, ਦੂਜਾ ਅਵਰ ਨ ਜਾਣੇ ਕੋਏ। ਤਉ ਦੇਵਾਨਾ ਜਾਣੀਏ, ਜਾ ਆਕਾਰ ਕਮਾਏ, ਹੁਕਮ ਪਛਾਣੇ ਖਸਮ ਕਾ, ਦੂਜੀ ਅਵਰ ਸਿਆਣ ਪਕਾਏ। ਤਉ ਦੇਵਾਨਾ ਜਾਣੀਏ, ਜਾ ਸਾਹਿਬ ਧਰੇ ਪਿਆਰ, ਮੰਦਾ ਜਾਣੇ ਆਪ ਕਉ, ਅਵਰ ਭਲਾ ਸੰਸਾਰ। ਅਰਥਾਤ ਕੋਈ ਮੈਨੂੰ ਭੂਤਨਾ ਆਖਦਾ ਹੈ, ਕੋਈ ਬੇਤਾਲ ਕਹਿੰਦਾ ਹੈ, ਪਰ ਮੈਂ ਪਰਮੇਸ਼ਰ ਦੇ ਨਾਮ ਦਾ ਜਾਣਦਾ ਹਾਂ। ਮੈਂ ਉਸ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਦਾ। ਦੇਵਾਨਾ ਉਸ ਨੂੰ ਜਾਣਨਾ ਚਾਹੀਦਾ ਹੈ ਜੋ ਪਰਮੇਸ਼ਰ ਦੇ ਭੈ ਵਿੱਚ ਦੀਵਾਨਾ ਹੋਵੇ, ਇਸ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਦੂਜੇ ਨੂੰ ਨਾ ਜਾਣਦਾ ਹੋਵੇ। ਦੀਵਾਨਾ ਉਸ ਨੂੰ ਜਾਣਨਾ ਚਾਹੀਦਾ ਹੈ ਜੋ ਇੱਕ ਪਰਮੇਸ਼ਰ ਦੀ ਕਾਰ ਹੀ ਕਰੇ, ਮਾਲਕ ਦੇ ਹੁਕਮ ਵਿੱਚ ਚੱਲੇ ਅਤੇ ਆਪਣੀ ਕੋਈ ਚਤੁਰਾਈ ਨਾ ਵਰਤੇ। ਦੀਵਾਨਾ ਉਸ ਨੂੰ ਜਾਣਨਾ ਚਾਹੀਏ ਜੋ ਪਰਮੇਸ਼ਰ ਨਾਲ ਸ਼ਰਧਾ ਤੇ ਪ੍ਰੇਮ ਰੱਖਦਾ ਹੋਵੇ ਅਤੇ ਆਪਣੇ ਆਪ ਨੂੰ ਮਾੜਾ ਤੇ ਹੋਰ ਸਭ ਨੂੰ ਚੰਗਾ ਜਾਣੇ। ਇਸ ਪ੍ਰਕਾਰ ਗੁਰੂ ਜੀ ਦੇ ਬਚਨ ਸੁਣ ਕੇ ਸਾਰਿਆਂ ਨੂੰ ਨਿਸ਼ਚਾ ਹੋ ਗਿਆ ਕਿ ਇਹਨਾਂ ਦੀ ਸੰਸਾਰ ਦੇ ਧੰਦਿਆਂ ਨੂੰ ਛੱਡ ਕੇ ਪ੍ਰਮਾਤਮਾ ਨਾਲ ਹੀ ਪ੍ਰੀਤ ਹੈ। ਮੁੱਲਾ ਨੇ ਹੱਥ ਜੋੜ ਮਾਫੀ ਮੰਗੀ ਅਤੇ ਆਖਿਆ ਕਿ ਮੇਰੇ ਪਾਸੋਂ ਅਣਜਾਣ ਪੁਣੇ ਨਾਲ ਆਪ ਜੀ ਦੀ ਬੇਅਦਬੀ ਹੋਈ ਹੈ, ਤੁਹਾਡੇ ਵਿੱਚ ਕੋਈ ਦੋਸ਼ ਨਹੀਂ। ਮੁੱਲਾ ਦੀ ਇਹ ਬੇਨਤੀ ਸੁਣ ਕੇ ਸਤਿਗੁਰੂ ਜੀ ਨੇ ਦਇਆ ਦ੍ਰਿਸ਼ਟੀ ਕਰਕੇ ਉਸ ਦੀ ਅਗਿਆਨਤਾ ਦੂਰ ਕਰ ਦਿੱਤੀ, ਜਿਸ ਕਰਕੇ ਉਸ ਦੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਗਈ। ਉਸ ਨੇ ਨਵਾਬ ਨੂੰ ਜਾ ਕੇ ਦੱਸਿਆ ਕਿ ਨਾਨਕ ਪੀਰਾਂ ਦਾ ਪੀਰ ਬੜਾ ਧੀਰਜਵਾਨ ਅਤੇ ਵਿਸ਼ਾਲ ਬੁੱਧੀ ਵਾਲਾ ਹੈ। ਮੂਰਖ ਲੋਕ ਜੋ ਇਸ ਭੇਦ ਨੂੰ ਨਹੀਂ ਜਾਣ ਸਕਦੇ, ਉਹ ਕਈ ਦੋਸ਼ ਸਮਝਦੇ ਹਨ। ਜਦ ਮੁੱਲਾ ਨੇ ਗੁਰੂ ਜੀ ਦੀ ਬਹੁਤ ਸਿਫਤ ਕੀਤੀ ਤਾਂ ਨਵਾਬ ਨੇ ਜੈ ਰਾਮ ਜੀ ਨੂੰ ਸੱਦ ਕੇ ਆਖਿਆ ਕਿ ਗੁਰੂ ਜੀ ਦਾ ਵਾਅਦਾ 760 ਰੁਪਈਆ ਕੇਸ ਨੂੰ ਦਈਏ। ਜੈ ਰਾਮ ਨੇ ਸੋਚ ਕੇ ਦੱਸਿਆ ਕਿ ਇਹ ਗੱਲ ਗੁਰੂ ਜੀ ਤੋਂ ਲਵੋ। ਨਵਾਬ ਨੇ ਆਪਣਾ ਇੱਕ ਨੌਕਰ ਗੁਰੂ ਜੀ ਪਾਸ ਭੇਜਿਆ, ਪਰ ਗੁਰੂ ਜੀ ਨਾ ਆਏ। ਫਿਰ ਨਵਾਬ ਨੇ ਜਦ ਦੂਜੀ ਵਾਰ ਨੌਕਰ ਭੇਜ ਕੇ ਬੇਨਤੀ ਕੀਤੀ ਕਿ ਮੈਂ ਤੁਹਾਡੇ ਦਰਸ਼ਨ ਕਰਨ ਦੀ ਲਾਲਸਾ ਹੈ,
ਮੇਰੇ ਪਾਸ ਆਣ ਕੇ ਦਰਸ਼ਨ ਦਿਓ। ਗੁਰੂ ਜੀ ਨੌਕਰ ਦੇ ਨਾਲ ਚੱਲ ਕੇ ਨਵਾਬ ਦੌਲਤ ਖਾਂ ਪਾਸ ਆ ਗਏ। ਆਪ ਜੀ ਨਵਾਬ ਦੇ ਸਾਹਮਣੇ ਖੜੇ ਹੋ ਰਹੇ, ਉਸ ਨੂੰ ਸਲਾਮ ਨਾ ਕੀਤੀ। ਨਵਾਬ ਨੂੰ ਬੜਾ ਗੁੱਸਾ ਚੜਿਆ। ਉਸ ਨੇ ਪੁੱਛਿਆ, ਜਦ ਮੈਂ ਪਹਿਲਾਂ ਨੌਕਰ ਭੇਜਿਆ ਸੀ ਤਦੋਂ ਤੁਸੀਂ ਕਿਉਂ ਨਾ ਆਏ? ਗੁਰੂ ਜੀ ਨੇ ਕਿਹਾ, ਹੁਣ ਅਸੀਂ ਤੁਹਾਡੇ ਨੌਕਰ ਨਹੀਂ ਹਾਂ, ਖੁਦਾ ਦੇ ਨੌਕਰ ਹਾਂ। ਜਿਵੇਂ ਪਹਿਲਾਂ ਤੁਹਾਡੇ ਨੌਕਰ ਸਾਂ ਤੇ ਤੁਹਾਡਾ ਹੁਕਮ ਮੰਨਦੇ ਸਾਂ, ਤਿਵੇਂ ਹੀ ਹੁਣ ਅਸੀਂ ਖੁਦਾ ਦੇ ਹੁਕਮ ਵਿੱਚ ਰਹਿੰਦੇ ਹਾਂ ਤੇ ਉਸ ਦਾ ਹੁਕਮ ਹੀ ਮੰਨਦੇ ਹਾਂ। ਨਵਾਬ ਨੂੰ ਇਹ ਉੱਤਰ ਸੁਣ ਕੇ ਬੜਾ ਗੁੱਸਾ ਆਇਆ, ਪਰ ਉਸ ਦਾ ਕੋਈ ਵੱਸ ਨਾ ਚੱਲੇ। ਨਵਾਬ ਨੇ ਮਨ ਵਿੱਚ ਇਹ ਸੋਚ ਕੇ ਕਿ ਇਸ ਨੂੰ ਮੁਸਲਮਾਨ ਮਤ ਵਿੱਚ ਲੈ ਆਉਣਾ ਚਾਹੀਦਾ ਹੈ, ਗੁਰੂ ਜੀ ਨੂੰ ਆਖਿਆ ਕਿ ਤੁਸੀਂ ਜੋ ਕਹਿੰਦੇ ਹੋ ਕਿ ਇੱਕ ਖੁਦਾ ਤੋਂ ਬਿਨਾਂ ਮੈਂ ਹਿੰਦੂ ਮੁਸਲਮਾਨ ਵਿੱਚ ਕੋਈ ਭੇਦ ਨਹੀਂ ਸਮਝਦਾ, ਤਾਂ ਅੱਜ ਜੁਮੇ ਸ਼ੁੱਕਰਵਾਰ ਦਾ ਦਿਨ ਹੈ, ਮੇਰੇ ਨਾਲ ਮਸਜਿਦ ਵਿੱਚ ਚੱਲ ਕੇ ਨਮਾਜ਼ ਪੜ੍ਹੋ। ਗੁਰੂ ਜੀ ਨੇ ਕਿਹਾ, ਚਲੋ ਨਵਾਬ ਜੀ, ਜਿੱਥੇ ਤੁਹਾਡਾ ਦਿਲ ਕਰੇ ਚਲੇ ਚੱਲੋ, ਅਸੀਂ ਤਿਆਰ ਹਾਂ। ਇਸ ਉਪਰੰਤ ਨਵਾਬ ਆਪ ਜੀ ਨੂੰ ਨਾਲ ਲੈ ਕੇ ਨਮਾਜ਼ ਪੜ੍ਹਨ ਮਸਜਿਦ ਨੂੰ ਤੁਰ ਪਿਆ। ਇਸ ਗੱਲ ਦਾ ਸਾਰੇ ਪਿੰਡ ਵਿੱਚ ਰੌਲਾ ਪੈ ਗਿਆ ਕਿ ਨਾਨਕ ਜੀ ਨੂੰ ਮੁਸਲਮਾਨ ਕਰਨ ਵਾਸਤੇ ਨਵਾਬ ਮਸਜਿਦ ਵਿੱਚ ਲੈ ਗਿਆ ਹੈ। ਇਹ ਗੱਲ ਬੜੀ ਅਯੋਗ ਹੋਣ ਲੱਗੀ ਹੈ। ਅੱਗੇ ਕਦੀ ਇਸ ਤਰ੍ਹਾਂ ਨਹੀਂ ਹੋਇਆ। ਬਹੁਤ ਸਾਰੇ ਹਿੰਦੂ ਮੁਸਲਮਾਨ ਲੋਕ ਪਿੱਛੇ ਲੱਗ ਕੇ ਤੁਰ ਪਏ। ਜਦ ਜੈ ਰਾਮ ਜੀ ਨੂੰ ਪਤਾ ਲੱਗਾ ਤਾਂ ਉਹ ਮਨ ਵਿੱਚ ਬੜੇ ਦੁਖੀ ਹੋਏ। ਵਿਚਾਰਨ ਲੱਗੇ, ਅਸੀਂ ਕੁਝ ਸੋਚਿਆ ਸੀ ਤੇ ਬਣ ਕੁਝ ਹੋਰ ਗਿਆ ਹੈ। ਲੈਣ ਆਏ ਸੀ, ਬਾਕੀ ਨਿਕਲੇ ਵਾਧੇ ਰੁਪਈਏ, ਪਰ ਇਹ ਉਲਟੀ ਕਾਰ ਹੀ ਹੋਣ ਲੱਗੀ ਹੈ। ਕਾਲੂ ਜੀ ਨੂੰ ਅਤੇ ਮੂਲ ਚੰਦ ਜੀ ਨੂੰ ਕੀ ਉੱਤਰ ਦਿਆਂਗੇ? ਇਹ ਸੋਚਾਂ ਸੋਚਦੇ ਘਰ ਚਲੇ ਗਏ ਤੇ ਅਫਸੋਸ ਨਾਲ ਨੀਵੀਂ ਪਾ ਕੇ ਬੈਠ ਗਏ। ਬੇਬੇ ਨਾਨਕੀ ਜੀ ਨੇ ਪੁੱਛਿਆ ਕਿ ਆਪ ਉਦਾਸ ਤੇ ਚਿੰਤਾਵਾਨ ਕਿਉਂ ਹੋ? ਜੈ ਰਾਮ ਜੀ ਨੇ ਦੱਸਿਆ ਕਿ ਸਾਡੀ ਜਿੱਥੇ ਕਿੱਥੇ ਬਦਨਾਮੀ ਹੋ ਰਹੀ ਹੈ ਕਿ ਤੁਹਾਡਾ ਭਰਾ ਨਵਾਬ ਮਸਜਿਦ ਵਿੱਚ ਨਮਾਜ਼ ਪੜ੍ਹਨ ਗਿਆ ਹੈ, ਸੋ ਮੈਂ ਸੋਚ ਰਿਹਾ ਹਾਂ ਕਿ ਇਸ ਦਾ ਕੀ ਯਤਨ ਕੀਤਾ ਜਾਵੇ। ਸਾਰੀ ਗੱਲ ਸੁਣ ਕੇ ਬੇਬੇ ਜੀ ਨੇ ਕਿਹਾ, ਤੁਸੀਂ ਸੁਆਮੀ ਜੀ ਕੋਈ ਚਿੰਤਾ ਨਾ ਕਰੋ, ਮੇਰੇ ਭਰਾਤਾ ਜੀ ਨੂੰ ਕੋਈ ਨਹੀਂ ਭਰਮਾ ਸਕਦਾ। ਜਦ ਪੌਣ, ਪਾਣੀ, ਅਗਨੀ ਤੇ ਯਮ ਆਦਿ ਦੇਵਤੇ ਉਹਨਾਂ ਦੀ ਆਗਿਆ ਦਾ ਪਾਲਨ ਕਰਦੇ ਹਨ ਤਾਂ ਫਿਰ ਇਹ ਨਵਆਦਿਕ ਆਦਮੀ ਵਿਚਾਰੇ ਉਹਨਾਂ ਨੂੰ ਕੀ ਕਰ ਸਕਦੇ ਹਨ। ਹਾਂ, ਜੇ ਤੁਹਾਨੂੰ ਧੀਰਜ ਨਹੀਂ ਬੱਝਦੀ ਤਾਂ ਪ੍ਰੋਹਤ ਨੂੰ ਭੇਜ ਕੇ ਪਤਾ ਕਰ ਲਵੋ ਕਿ ਉੱਥੇ ਕੀ ਹੁੰਦਾ ਹੈ। ਤਦ ਜੈ ਰਾਮ ਜੀ ਨੇ ਨਿਧੇ ਬ੍ਰਾਹਮਣ ਨੂੰ ਸੱਦ ਕੇ ਆਖਿਆ ਕਿ ਮਸਜਿਦ ਵਿੱਚ ਜਾ ਕੇ ਵੇਖੋ ਕਿ ਉੱਥੇ ਨਾਨਕ ਜੀ ਕੀ ਕਰਦੇ ਹਨ। ਤਦ ਨਿਧਾ ਆਦਮੀਆਂ ਦੀ ਭੀੜ ਨੂੰ ਲੰਘ ਕੇ ਮਸਜਿਦ ਵਿੱਚ ਇੱਕ ਪਾਸੇ ਹੋ ਕੇ ਜਾ ਬੈਠਾ।